ਗੁਰੂ ਪਿਆਰੇ ਗੁਰੂ ਸਾਰੇ ਸਾਧ ਸੰਗਤ ਜੀ, ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਵੱਲੋਂ ਰਚੀ ਗਈ ਹੈ। ਉਹਦੀ ਵਿਆਖਿਆ ਕਰਕੇ ਵਿਚਾਰ ਕਰਕੇ ਆਪਾਂ ਬਖਸ਼ਾਂ ਪ੍ਰਾਪਤ ਕਰ ਰਹੇ ਹਾਂ। ਮਹਾਰਾਜ ਨੇ ਬਹੁਤ ਵੱਡਾ ਗਿਆਨ ਬਖਸ਼ਿਆ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ, ਪਰ ਅਸੀਂ ਟਿਕ ਕੇ ਨਹੀਂ ਕਰਦੇ, ਅਸੀਂ ਸਮਝ ਕੇ ਨਹੀਂ ਕਰਦੇ, ਅਤੇ ਇੱਕ ਫਰਜ਼ ਜਿਹਾ ਸਵੇਰੇ ਨਿਭਾ ਲੈਂਦੇ ਹਾਂ 7 ਮਿੰਟਾਂ 'ਚ ਜਪਜੀ ਸਾਹਿਬ ਦਾ ਪਾਠ ਕਰਕੇ ਮੁੜ ਕੇ ਵਿਹਲੇ ਹੋ ਜਾਂਦੇ ਹਾਂ। ਪਰ ਕੁਝ ਹੈਗੇ ਨੇ ਪ੍ਰੇਮੀ ਗੁਰਮੁਖ ਜਿਹੜੇ ਇਸ ਦੀ ਖੋਜ ਕਰਦੇ ਨੇ, ਅਤੇ ਉਹਦੇ ਵਿੱਚੋਂ ਆਪਾਂ ਵੀ ਇੱਕ ਉਪਰਾਲਾ ਕਰ ਰਹੇ ਹਾਂ ਕਿ ਇਹਦੇ 'ਚੋਂ ਕੋਈ ਵਿਚਾਰ ਲੈ ਕੇ ਜ਼ਿੰਦਗੀ ਵਿੱਚ ਅਪਣਾਈ ਜਾਵੇ, ਅਤੇ ਨਾਲੇ ਸਿੱਖ ਨੂੰ ਬਾਣੀ ਦਾ ਬੋਧ ਹੋਣਾ ਚਾਹੀਦਾ, ਗਿਆਨ ਹੋਣਾ ਚਾਹੀਦਾ। ਕਿਉਂਕਿ ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰ ਬਿਨ ਜੀਵਾ ਮਾਓ, ਮੈਂ ਗੁਰਬਾਣੀ ਆਧਾਰ ਹੈ। ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰ ਬਿਨ ਜੀਵਾ ਮਾਓ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗਰਾ। ਉਹਦੇ 'ਚ ਆਪਾਂ ਵਿਆਖਿਆ ਕਰ ਰਹੇ ਸੀ ਕਿ ਨਾਨਕ ਭਗਤਾਂ ਸਦਾ ਵਿਗਾਸ, ਬਹੁ ਵਚਨ ਉੱਥੇ ਲੱਗਾ ਨਹੀਂ ਗਾ ਬਿੰਦਾ, ਬਿੰਦੀ ਲਾਉਣੀ ਹੈ। ਜਿੱਦਾਂ ਚੰਗਿਆਈਆਂ ਬਰਿਆਈਆਂ ਬਿੰਦੀ ਲਾ ਕੇ ਉਚਾਰਨ ਕਰਨੀ। ਉਹਦੇ 'ਚ ਕਿਹਾ ਸੀ ਕਿ ਜਿਹੜੇ ਰੱਬ ਦਾ ਨਾਮ ਸੁਣਦੇ ਨੇ ਭਗਤ ਹੁੰਦੇ ਨੇ, ਅਤੇ ਭਗਤ ਹਮੇਸ਼ਾ ਆਨੰਦ ਵਿੱਚ ਜੀਂਦੇ ਨੇ। ਅਤੇ ਆਪਾਂ ਵਿਆਖਿਆ ਕਰ ਰਹੇ ਸੀ ਕਿ ਭਗਤ ਕਿਸ ਨੂੰ ਕਹਿੰਦੇ ਨੇ। ਵੱਖ ਵੱਖ ਮਹਾਂਪੁਰਖਾਂ ਨੇ, ਗੁਰੂਆਂ ਨੇ ਲੱਛਣ ਦੱਸੇ ਨੇ। ਜਿੱਦਾਂ ਮੂਰਖ ਕੇ ਕਿਆ ਲੱਛਣ ਹੈ, ਲੱਖਣ ਹੈ। ਮੂਰਖਾਂ ਦੇ ਲੱਛਣ ਹੁੰਦੇ ਨੇ, ਸਿਆਣੇ ਬੰਦਿਆਂ ਦੇ ਲੱਛਣ ਹੁੰਦੇ ਨੇ, ਸਾਧਾਂ ਦੇ ਲੱਛਣ ਹੁੰਦੇ ਨੇ। ਹਰ ਇੱਕ ਦੇ ਲੱਛਣ ਵੱਖੋ ਵੱਖਰੇ ਹੁੰਦੇ ਨੇ। ਅਤੇ ਬੋਲਤੀ ਹੈ ਪਹਿਚਾਨੀ, ਬੋਲੀ ਤੋਂ ਪਤਾ ਲੱਗ ਜਾਂਦਾ ਵੀ ਕਿਹੜੇ ਇਲਾਕੇ ਦਾ ਬੰਦਾ ਹੈ। ਜੈਸੇ ਕਊਆ ਕੋਕਲ ਸ਼ਾਮ ਤਨ, ਖੱਗ ਸ਼ਾਮ ਤਨ। ਕਾਂ ਵੀ ਕਾਲਾ ਵਾ, ਕੋਲ ਵੀ ਕਾਲੀ ਆ, ਪਰ ਬੋਲੀ 'ਚ ਅੰਤਰ ਹੈ। ਜੈਸੇ ਕਊਆ ਕੋਕਲ ਖੱਗ ਸ਼ਾਮ ਤਨ ਬਰਾਬਰ ਨੇ, ਪਰ ਬੋਲ ਵੱਖੋ ਵੱਖਰੇ ਨੇ। ਇਸੇ ਤਰ੍ਹਾਂ ਮਨਮੁਖ ਕੋਲ ਵੀ ਮੱਤ ਵਾ, ਅਤੇ ਗੁਰਮੁਖ ਕੋਲ ਵੀ ਇੱਕ ਮੱਤ ਵਾ। ਉਹਨਾਂ ਦੀ ਭਰੀਏ ਮੱਤ ਪਾਪਾਂ ਕੇ ਸੰਗ ਵਾ, ਅਤੇ ਗੁਰਮੁਖਾਂ ਕੋ ਜਿਹੜੀ ਸਾਧਾਂ ਕੋ ਭਗਤਾਂ ਕੋ ਮੱਤ ਵਾ, ਉਹ ਮੱਤ ਵਿੱਚ ਰਤਨ ਜਵਾਹਰ ਮਾਣਕ ਹੈ। ਅਤੇ ਉਹ ਆਪਾਂ ਭਗਤ ਦੀ ਵਿਆਖਿਆ ਕਰ ਰਹੇ ਸੀ। ਅੱਜ ਜਿਹੜਾ ਸ੍ਰੀ ਦਰਬਾਰ ਸਾਹਿਬ ਜੀ ਤੋਂ ਸ੍ਰੀ ਮੁਖਵਾਕ ਆਇਆ, ਉਹ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਸ਼ੈਨ ਤੋਂ ਬਿਹਾਗੜੇ ਕੀ ਵਾਰ ਜੈ, ਸ਼ਲੋਕ ਮਹੱਲਾ ਤੀਜਾ। ਦਰਵੇਸ਼ੀ ਕੋ ਜਾਣ ਸੀ, ਵਿਰਲਾ ਕੋ ਦਰਵੇਸ਼। ਮਹਾਰਾਜ ਕਹਿੰਦੇ ਬੜੇ ਭਗਤ ਤੁਰੇ ਫਿਰਦੇ ਨੇ ਧਰਤੀ 'ਤੇ, ਬੜੇ ਮਤਾਂਤਰਾਂ ਦੇ ਨੇ। ਸੰਤ ਸਮੂਹ ਅਨੇਕ ਮਤੀ ਕੇ, ਬੜਿਆਂ ਮਤਾਂ ਦੇ ਸੰਤ ਨੇ, ਬੜੇ ਮੰਤ ਨੇ, ਬੜੇ ਭਗਤ ਨੇ। ਪਰ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਦਰਵੇਸ਼ੀ ਕੋ ਜਾਣ ਸੀ, ਵਿਰਲਾ ਕੋ ਦਰਵੇਸ਼। ਸਾਰੇ ਨਹੀਂ ਦਰਵੇਸ਼ ਬਣ ਸਕਦੇ, ਸਾਰੇ ਨਹੀਂ ਸੰਤ ਬਣ ਸਕਦੇ, ਕੋ ਵਿਰਲਾ ਵਿਰਲਾ। ਅਤੇ ਜੇ ਧਰਮ ਦੇ ਕੱਪੜੇ ਪਾ ਕੇ ਆਪਣੇ ਆਪ ਨੂੰ ਦਰਵੇਸ਼ ਸਦਵਾ ਲਿਆ, ਖਵਾ ਲਿਆ, ਭਗਤ ਖਵਾ ਲਿਆ, ਜੇ ਘਰ ਘਰ ਹੰਡੇ ਮੰਗਦਾ, ਸਾਧੂ ਕੇ ਘਰਾਂ 'ਚ ਜਾਵੇ, ਸੰਤ ਹੋ ਕੇ ਭਗਤ ਹੋ ਕੇ ਘਰਾਂ 'ਚ ਜਾਵੇ,
ਸੋ ਜਨ ਪਰ ਕਰ ਜਾਤ ਨਾ ਸੋਹੀ, ਸੋਭਾ ਨਹੀਂ ਮਿਲਣੀ ਉਸ ਨੂੰ। ਜਿੱਦਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇ ਬਚਨ ਕੀਤਾ ਕਿ ਗੁਰ ਪੀਰ ਸਦਾਏ ਮੰਗਣ ਜਾਏ। ਆਪਣੇ ਆਪ ਨੂੰ ਗੁਰੂ ਪੀਰ ਸਿੱਧ ਸੰਤ ਸਾਧੂ ਮਹਾਤਮਾ ਫਕੀਰ ਸਦਾਵੇ ਅਤੇ ਗਿਰਸਤੀਆਂ ਦੇ ਦਰ 'ਤੇ ਉਹ ਮੰਗਦਾ ਫਿਰ ਮੰਗਣ ਜਾਵੇ, ਲੋਕਾਂ ਦੇ ਘਰਾਂ 'ਚ ਮੰਗਣ ਜਾਵੇ। ਸਾਹਿਬ ਕਹਿੰਦੇ ਗੁਰ ਪੀਰ ਸਦਾਏ ਮੰਗਣ ਜਾਏ, ਤੇ ਤਾਂ ਕਿ ਮੂਲ ਨ ਲੱਗੀਏ ਪਾਏ। ਸਾਹਿਬ ਕਹਿੰਦੇ ਐਸੇ ਬੰਦੇ ਤੋਂ ਜਿਹੜਾ ਮੰਗ ਕੇ ਖਾਂਦਾ ਲੋਕਾਂ ਦੇ ਘਰਾਂ ਤੋਂ, ਪਿੱਛੇ ਹਟ ਜਾਓ, ਸਾਧ ਨਹੀਂ ਹੈ ਉਹ, ਸੰਤ ਨਹੀਂ ਹੈ। ਕਿਉਂਕਿ ਸਾਧ ਸੰਤ ਮੰਗਦੇ ਨਹੀਂ ਹੈ, ਉਹ ਰੱਬ ਕੋਲੋਂ ਹੀ ਮੰਗਦੇ ਨੇ। ਦਰਵਾਟ ਉੱਪਰ ਖਰਚ ਮੰਗਾ, ਮੈਂ ਤੇਰੇ ਰਾਹ 'ਤੇ ਤੁਰਿਆ ਅਤੇ ਤੇਰੇ ਕੋਈ ਖਰਚ ਮੰਗ ਰਿਹਾ, ਜਬੇ ਦੇ ਤਾਂ ਖਾਏ। ਸਾਹਿਬ ਕਹਿੰਦੇ ਜੇ ਘਰ ਘਰ ਹੰਡੇ ਮੰਗਦਾ, ਹੰਡੇ ਮਣੇ ਤੁਰ ਫਿਰ ਕੇ, ਫਿਰ ਜਿੱਦਾਂ ਕਹਿੰਦੇ ਫਰੀਦਾ ਚਾਰ ਗਵਾਇਆ ਹੰਡ ਕੇ, ਤੁਰ ਫਿਰ ਕੇ। ਗੁੱਸਾ ਮਾਨਾ ਹੰਡਾਏ, ਉਹ ਤਾਂ ਹੰਡਾਏ ਆ। ਜਿੱਦਾਂ ਮੈਂ ਆਹ ਕੱਪੜਾ ਬੜੇ ਚਿਰ ਤੋਂ ਹੰਢਾ ਰਿਹਾ ਵਾਂ, ਪਾਇਆ ਹੋਇਆ ਵਾ, ਉਹਨੂੰ ਕਹਿੰਦੇ ਹੰਡਾਉਣਾ। ਜੇ ਘਰ ਘਰ ਹੰਡੇ ਮੰਗਦਾ ਤੁਰ ਫਿਰ ਕੇ, ਬਹੁਤਿਆਂ ਘਰਾਂ ਤੋਂ ਮੰਗਦਾ। ਜੇ ਘਰ ਘਰ ਹੰਡੇ ਬਹੁਤਿਆਂ ਘਰਾਂ ਤੋਂ ਤੁਰ ਫਿਰ ਕੇ ਮੰਗਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਉਹ ਦਰਵੇਸ਼ ਨਹੀਂ ਆ, ਉਸ ਦੇ ਜੀਵਨ ਨੂੰ ਤ੍ਰਿਗ ਵਾ, ਤ੍ਰਿਗ ਜੀਵਨ ਤ੍ਰਿਗ ਵੇਸ, ਲਾਹਨਤ ਹੈ ਉਸ ਨੂੰ। ਗੁਰੂ ਅਮਰਦਾਸ ਕਹਿੰਦੇ ਸਾਧੂ ਹੋ ਕੇ ਤੂੰ ਲੋਕਾਂ ਦੇ ਘਰਾਂ ਤੋਂ ਮੰਗ ਕੇ ਰੋਟੀ ਖਾਵੇਂ, ਤੂੰ ਲੋਕਾਂ ਦੇ ਦਰ 'ਤੇ ਜਾਵੇਂ ਅਤੇ ਮਾਈ ਮੰਗਤ ਤ੍ਰੈ ਲੁਭਾਵੇਂ। ਨਹੀਂ 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 ਨਹੀਂ, ਜੋਗੀ ਹੋਵਾਂ ਜਗ ਭਵਾਂ, ਕਰ ਕਰ ਭੀਖਿਆ ਲਿਓ, ਦਰਗੇ ਲੇਖਾ ਮੰਗੀਏ, ਕਿਸ ਕਿਸ ਉੱਤਰ ਦਿਓ। ਸਾਹਿਬ ਕਹਿੰਦੇ ਉਹ ਦਰਵੇਸ਼ ਨਹੀਂ ਆ ਜਿਹੜਾ ਘਰ ਘਰ ਵਿੱਚ ਫਿਰਦਾ। ਇੱਕ ਬਚਨ ਆਉਂਦਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਸ਼ਲੋਕ 12 ਤੇ ਵਧੀਕ ਵੀ, ਭਗਤ ਦੀ ਨਿਸ਼ਾਨੀ ਕੀ ਹੁੰਦੀ ਹੈ, ਭਗਤ ਕੌਣ ਹੁੰਦਾ ਹੈ, ਭਗਤ ਕਿਸ ਨੂੰ ਆਖਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸਾਹਿਬ ਜੀ ਕਹਿੰਦੇ ਅਭਿਆਗਤ ਇਹ ਨਾ ਆਖੀਐਨ, ਇਹ ਸਾਧੂ ਨਾ ਆਖੋ ਇਹਨਾਂ ਨੂੰ। ਅਭਿਆਗਤ ਇਹ ਨਾ ਆਖੀਐਨ, ਜੇ ਭਰ ਕਰ ਭੋਜਨ ਕਰੇਣ। ਜਿਹੜੇ ਲੋਕਾਂ ਦੇ ਘਰਾਂ 'ਚ ਜਾ ਕੇ ਰੋਟੀਆਂ ਖਾਂਦੇ ਨੇ ਉਹ ਸਾਧ ਨਹੀਂ ਜੇ ਹੁੰਦੇ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਰੱਬ ਦੇ ਰਾਹ ਨੂੰ ਉਹ ਪਛਾਣ ਸਕਦੇ ਨੇ ਜਿਹੜੇ ਲੋਕਾਂ ਕੋਲ ਮੰਗ ਕੇ ਨਹੀਂ ਖਾਂਦੇ। ਮੰਗ ਕੇ ਖਾਣਾ ਧਰਮ ਨਹੀਂ ਹੈ। ਵੈਸੇ ਕਈ ਮਸਤਾਨੇ ਸਾਧੂ ਮਹਾਤਮਾ ਮੰਗ ਕੇ ਖਾਂਦੇ ਵੀ ਨਹੀਂ। ਕਬੀਰ ਸਾਹਿਬ ਨੇ ਇੱਕ ਬਚਨ ਕੀਤਾ, ਕਬੀਰ ਭਲੀ ਮਦੂਕੜੀ, ਮਦੂਕੜੀ ਮੰਗੀ ਹੋਈ ਚੀਜ਼, ਲੋਕਾਂ ਦੇ ਘਰ ਤੋਂ ਜਾ ਕੇ ਰੋਟੀ ਪਾਣੀ ਦੁੱਧ ਪ੍ਰਸ਼ਾਦਾ ਮੰਗਿਆ ਹੋਇਆ ਜੋ ਬੜੀ ਚੰਗੀ ਹੁੰਦੀ ਆ ਉਹ। ਕਬੀਰ ਭਲੀ ਮਦੂਕੜੀ, ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ਼ ਵੱਡ ਰਾਜ। ਕੋਈ ਦਾਵਾ ਨਹੀਂ ਸਾਧੂ ਜਿੱਥੇ ਮਰਜ਼ੀ ਬਹਿ ਕੇ ਭੋਜਨ ਪਾਣੀ ਛਕ ਲਏ, ਉਹ ਸਾਰਾ ਵੱਡਾ ਦੇਸ਼ ਵੱਡ ਰਾਜ। ਦਾਵਾ ਕੋਈ ਨਹੀਂ ਗਾ ਕਿ ਮੇਰਾ ਵਾ, ਹੈ ਤਾਂ ਸਾਰਾ ਕਰਤਾਰ ਦਾ ਹੀ ਆ। ਉਹ ਜਿੱਥੇ ਮਰਜ਼ੀ ਬਹਿ ਕੇ ਭੋਜਨ ਪਾਣੀ ਛਕ ਕੇ ਆਪਣਾ ਭਜਨ ਰੱਬ ਰੱਬ ਕਰ ਲੱਗ ਪੈਣ, ਉਹ ਵੀ ਸਾਧੂ ਹੁੰਦੇ ਨੇ। ਅਤੇ ਕਈ ਖਾਏ ਖਾਏ ਕਰੇ ਬਦ ਫੈਲੀ, ਮੰਗ ਕੇ ਲੋਕ ਪੈਸਾ ਮੰਗ ਕੇ, ਸਾਧੂਆਂ ਦੇ ਭੇਸ ਵਿੱਚ ਲੋਕ ਪੈਸਾ ਮੰਗ ਲੈਂਦੇ ਨੇ ਦੁਕਾਨਾਂ ਤੋਂ, ਰੁਪਈਏ 2-2 5-5 ਰੁਪਈਏ, ਮੁੜ ਕੇ ਸ਼ਾਮਾਂ ਨੂੰ ਸ਼ਰਾਬ ਪੀ ਲੈਂਦੇ ਨੇ, ਆਨੰਦ 'ਚ ਹੋ ਜਾਂਦੇ ਨੇ।
ਉਹਨਾਂ ਕੋਲ ਫਕੀਰੀ ਵਾਲੇ ਭਗਤਾਂ ਵਾਲੇ ਕੱਪੜੇ ਸਨ, ਭਗਤ ਨਹੀਂ ਸਨ। ਸਾਹਿਬ ਕਹਿੰਦੇ ਅਭਿਆਗਤ ਇਹ ਨਾ ਆਖੀਐਨ, ਜੇ ਪਰ ਕਰ ਭੋਜਨ ਕਰੇਣ। ਅਭਿਆਗਤ ਸਹੀ ਨਾਨਕਾ, ਕਿਸ ਨੂੰ ਤੁਸੀਂ ਅਭਿਆਗਤ, ਕਿਸ ਨੂੰ ਸਾਧੂ ਮੰਨਦੇ ਆ ਤੁਸੀਂ? ਇਹ ਪੁਰਾਣੀ ਬੜੀ ਕਰੜੀ ਪਰੰਪਰਾ ਹੁੰਦੀ ਸਾਧੂ ਮਹਾਤਮਾ ਦੀ ਕਿ ਕਿਸੇ ਦੇ ਹੱਥ ਦਾ ਬਣਿਆ ਨਹੀਂ ਖਾਣਾ। ਇਹ ਕੇਵਲ ਸਾਧੂ ਵਾਸਤੇ ਹੁੰਦਾ ਸੀ, ਗ੍ਰਸਤੀ ਵਾਸਤੇ ਗੱਲਾਂ ਨਹੀਂ ਸਨ। ਕਿਸੇ ਦੇ ਹੱਥ ਦਾ ਬਣਿਆ ਨਹੀਂ ਖਾਣਾ, ਇਹ ਕੇਵਲ ਬਾਬਾ ਮਿੱਤ ਸਿੰਘ ਵਰਗੇ ਆਪਣੀ ਮਰਜ਼ਾਦਾ ਨਿਭਾਉਂਦੇ ਸੀ। ਉਹ ਬੇਅੰਗਮ ਲੋਕ ਸਨ। ਇਹ ਵੀ ਜਿਨ੍ਹਾਂ ਨੇ ਸੰਸਾਰ ਤਿਆਗਿਆ ਹੋਵੇ ਉਹਨਾਂ ਦੇ ਕੋਲ ਇਹ ਵੀ ਇੱਕ ਗੁਣ ਹੁੰਦਾ ਸੀ ਕਿ ਸੰਸਾਰ ਤੋਂ ਤੁਸੀਂ ਬਚ ਸਕਦੇ ਹੋ ਜੇ ਇਹ ਕਹਿ ਦਿਓ ਵੀ ਅਸੀਂ ਕਿਸੇ ਦੇ ਹੱਥ ਦਾ ਭੋਜਨ ਪਾਣੀ ਛਕਦੇ ਹੀ ਨਹੀਂ ਆ। ਹੁਣ ਪ੍ਰੇਮੀਆਂ ਨੇ ਤਾਂ ਕਹਿਣਾ ਦਾ ਬਾਬਾ ਜੀ ਆਣ ਕੇ ਭੋਜਨ ਛਕਿਓ, ਅਤੇ ਜਦੋਂ ਉਹਨਾਂ ਨੂੰ ਪਤਾ ਕਿ ਬਾਬਾ ਜੀ ਸਾਡੇ ਹੱਥ ਦਾ ਛਕਦੇ ਹੀ ਨਹੀਂ, ਕਿਸੇ ਦਾ ਛਕਦੇ ਹੀ ਨਹੀਂ ਹੈ, ਇਹ ਪਖੰਡਵਾਦ ਨਹੀਂ ਹੈ। ਕਈ ਸਾਧੂ ਮਹਾਤਮਾ ਹੁੰਦੇ ਨੇ ਉਹ ਇਸ ਤਰ੍ਹਾਂ ਦੀ ਮਰਜ਼ਾਦਾ ਨਿਭਾਉਂਦੇ ਨੇ, ਉਹ ਪਖੰਡ ਨਹੀਂ ਕਰਦੇ, ਅਤੇ ਕਈ ਵੈਸੇ ਹੀ ਪਖੰਡ ਕਰਦੇ ਹੁੰਦੇ ਨੇ। ਇਹ ਮਹਾਂਪੁਰਖ ਆਪਣੇ ਆਪ 'ਤੇ ਮਰਜ਼ਾਦਾ ਲਾਗੂ ਕਰ ਲੈਂਦੇ ਸੀ। ਦੁਨੀਆਦਾਰ ਤੋਂ ਬਚਣ ਦਾ ਇੱਕ ਤਰੀਕਾ ਹੁੰਦਾ ਸੀ। ਹੁਣ ਤਾਂ ਸਾਧ ਵੀ ਦੁਨੀਆਦਾਰ ਬਣੇ ਫਿਰਦੇ ਨੇ। ਉਹਨਾਂ ਕੋਲ ਵੱਡੀਆਂ ਵੱਡੀਆਂ ਕਾਰਾਂ, ਵੱਡੇ ਵੱਡੇ ਕਾਰੋਬਾਰ, ਵੱਡੇ ਵੱਡੇ ਡੇਰੇ, ਬੜਾ ਬੜਾ ਪੈਸਾ ਬੈਂਕਾਂ ਦੇ ਵਿੱਚ, ਅਤੇ ਬੜਾ ਕੁਝ ਆ ਸਾਧਾਂ ਦੇ ਕੋਲ। ਤਾਂ ਸਾਧ ਤਾਂ ਹੁੰਦਾ ਜਿਹਦੇ ਕੋਲ ਇੱਕ ਗੋਦੜੀ ਹੋਵੇ, ਬਸ ਹੋਰ ਕੁਝ ਹੋਵੇ ਹੀ ਨਾ, ਉਹਨੂੰ ਸਾਧ ਕਿਹਾ ਜਾਂਦਾ ਸੀ। ਸਿਸਟਮ ਵਿਗੜ ਗਿਆ ਨਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਉਸ ਨੂੰ ਸਾਧੂ ਨਹੀਂ ਮੰਨਦੇ ਜਿਹੜਾ ਘਰਾਂ 'ਚ ਜਾ ਕੇ ਭੋਜਨ ਕਰਦਾ ਲੋਕਾਂ ਦੇ। ਅਸੀਂ ਉਸ ਨੂੰ ਸਾਧੂ ਮੰਨਦੇ ਹਾਂ। ਅਭਿਆਗਤ ਸਈ ਨਾਨਕਾ, ਜੇ ਆਤਮ ਗੌਣ ਕਰੇਣ। ਜਿਹੜੇ ਆਪਣੇ ਲੋਕਾਂ ਦੇ ਘਰ ਨੂੰ ਜਾਣਾ ਨਹੀਂ ਗਾ, ਆਪਣੇ ਨਿੱਜ ਘਰ ਨੂੰ ਜਾਣਾ ਹੈ। ਇਹ ਤਾਂ ਲੋਕਾਂ ਦੇ ਘਰਾਂ ਨੂੰ ਜਿਹੜੇ ਜਾਂਦੇ ਨੇ ਉਹ ਨਿੱਜ ਘਰ ਨੂੰ ਨਹੀਂ ਜਾਂਦੇ। ਫਿਰ ਅਤੇ ਆ ਹੁਣ ਘਰ ਘਰ ਫਿਰਦੇ ਨੇ, ਆਓ ਤਾਂ ਉਹਨੂੰ ਨਿੱਜ ਘਰ 'ਚ ਲੈ ਜਾਂਦੇ ਆ। ਨਿੱਜੀ ਘਰ 'ਚ ਜਾਣ ਵਾਲੇ ਲੋਕਾਂ ਦੇ ਘਰਾਂ 'ਚ ਨਹੀਂ ਜਾਂਦੇ ਹੁੰਦੇ, ਇਹ ਜਾ ਰਹੇ ਨੇ ਹੁਣ। ਤਾਂਹੀਓ ਤਾਂ ਮੈਂ ਇਹਨਾਂ ਨੂੰ ਆਉਂਦਾ ਹੁੰਦਾ, ਭਾਈ ਇਹ ਜਿਹੜੇ ਤੁਹਾਡੇ ਘਰਾਂ 'ਚ ਚੱਲ ਕੇ ਆ ਗਏ ਆ ਨਾ, ਵੀ ਆਓ ਨਿੱਜ ਘਰ 'ਚ ਚੱਲੀਏ, ਨਿੱਜ ਘਰ ਜਾਈਏ, ਇਹ ਨਿੱਜ ਘਰ 'ਚ ਨਹੀਂ ਗਏ। ਜਿੱਦਣ ਇਹ ਚੱਲ ਗਏ, ਇਹ ਨਿਸ਼ਾਨੀ ਹੋਊਗੀ ਤੁਹਾਡੇ ਘਰ ਤੱਕ ਨਹੀਂ ਆਉਣਗੇ। ਉਹ ਉਹਨਾਂ ਦੀ ਹੁੰਦੀ ਨਿਸ਼ਾਨੀ। ਅਭਿਆਗਤ ਸਈ ਨਾਨਕਾ, ਜੇ ਆਤਮ ਗਾਉਣ, ਲੋਕਾਂ ਦੇ ਘਰਾਂ ਵੱਲ ਨਹੀਂ ਗਾਉਣ ਤੁਰਨ, ਆਪਣੇ ਘਰ ਨੂੰ ਜਾਣ। ਆਤਮ ਗਾਉਣ ਕਰੇਣ, ਭਾਲ ਲੈਣ ਸੋ ਆਪਣਾ। ਆਪਣੇ ਘਰ ਵਿੱਚ ਹੀ ਹੁੰਦੀ ਹੈ ਕਿ ਜੇ ਆਤਮ ਗਾਉਣ ਕਰੇਣ, ਭਾਲ ਲੈਣ ਸੋ ਆਪਣਾ, ਨਿੱਜ ਘਰ ਸਦਾ ਵਸੇਣ। ਉਹ ਦੁਨੀਆਦਾਰਾਂ ਦੇ ਘਰਾਂ 'ਚ ਜਾ ਕੇ ਨਹੀਂ ਵੱਸਦਾ, ਉਹ ਆਪਣੇ ਨਿੱਜ ਘਰ 'ਚ ਵੱਸਦਾ। ਇਹ ਸਾਧੂ ਦੀ ਭਗਤ ਦੀ ਨਿਸ਼ਾਨੀ ਹੈ। ਅਤੇ ਮਹਾਰਾਜ ਬਾਬਾ ਫਰੀਦ ਜੀ ਨੇ ਸਾਧੂ ਦੇ ਲੱਛਣ ਦੱਸੇ ਨੇ। ਸਾਧੂ ਕਿਸ ਤਰ੍ਹਾਂ ਦਾ ਹੁੰਦਾ ਹੈ, ਭਗਤ ਕਿਸ ਤਰ੍ਹਾਂ ਦਾ ਹੁੰਦਾ ਹੈ। ਆਓ ਬਾਬਾ ਫਰੀਦ ਦੀ ਵਿਚਾਰ ਨਾਲ ਜੁੜੀਏ। ਉਹ ਕਹਿੰਦੇ ਨੇ, ਮੱਤ ਹੁੰਦੀ ਹੋਏ ਇਆਣਾ, ਉਹਦੀ ਵੱਡੀ ਨਿਸ਼ਾਨੀ ਆ ਕਿ ਉਹ ਬੇਸਮਝ ਜਿਹਾ ਬਣਿਆ ਰਹੂਗਾ ਦੁਨੀਆ 'ਤੇ, ਅਤੇ ਸਭ ਤੋਂ ਦੁਨੀਆ 'ਤੇ ਸਿਆਣਾ ਵਿਅਕਤੀ ਉਹੀ ਹੋਏਗਾ। ਮੱਤ ਹੁੰਦੀ, ਬੜਾ ਸਿਆਣਾ ਹੈ। ਹੋਏ ਇਆਣਾ, ਫਿਰ ਵੀ ਉਹ ਬੇਸਮਝ ਹੋ ਜਾਂਦਾ ਹੈ। ਕਾਰਨ ਜਿਹਦੇ ਕੋਲ ਮੱਤ ਆ, ਉਹਦੇ ਕੋਲ ਸਿਆਣਪ ਹੈ ਭਗਤ ਦੇ ਕੋਲ, ਉਹ ਵਰਤਦਾ ਕਿਉਂ ਨਹੀਂ ਹੈ? ਅਤੇ ਕਾਰਨ ਇਹ ਹੈ ਕਿ ਮੂਰਖਾਂ ਦੇ ਵਿੱਚ ਸਿਆਣੀ ਮੱਤ ਚੱਲਦੀ ਨਹੀਂ ਹੈ।
ਤੇ ਮੂਰਖਾਂ ਦੇ ਨਾਲ ਝਗੜਾ ਖੜਾ ਹੋ ਜਾਂਦਾ ਹੈ। ਜਿੰਨੇ ਦੁਨੀਆ 'ਤੇ ਵੱਡੇ ਵੱਡੇ ਝਗੜੇ ਫਸਾਦ ਹੋਏ ਨੇ, ਪਹਿਲਾਂ ਉਹ ਵਿਚਾਰ ਤੋਂ ਹੀ ਆਰੰਭ ਹੋਏ ਨੇ। ਵਿਚਾਰ ਤੋਂ ਤਕਰਾਰ, ਤੇ ਤਕਰਾਰ ਤੋਂ ਫਿਰ ਤਲਵਾਰ। ਹੁਣ ਦੁਨੀਆ ਦੇ ਕੋਲ ਮੱਤ ਹੋਰ ਵਾ, ਸਾਧੂ ਦੀ ਮੱਤ ਹੋਰ ਵਾ, ਅਤੇ ਜੋ ਆਪਣੀ ਮੱਤ ਨੂੰ ਪ੍ਰਗਟ ਕਰੇਗਾ ਲੋਕ ਉਸ ਦੀ ਵਿਰੋਧਤਾ ਕਰਨਗੇ। ਲੋਕ ਉਸ ਨੂੰ ਨਾਸਤਕ ਕਹਿਣਗੇ, ਬੁਰਾ ਭਲਾ ਕਹਿਣਗੇ। ਅਤੇ ਬਾਬਾ ਫਰੀਦ ਸਾਹਿਬ ਕਹਿੰਦੇ, ਮੱਤ ਹੁੰਦੀ ਹੋਏ ਇਆਣਾ, ਬੜਾ ਸਿਆਣਾ ਬੜਾ ਸਿਆਣਾ, ਪਰ ਅੱਗੇ ਮੂਰਖ ਬੈਠੇ ਨੇ, ਸਿਆਣਪ ਚੱਲਣੀ ਨਹੀਂ ਹੈ। ਅਤੇ ਜੇ ਸਭਾ ਦੇ ਵਿੱਚ ਕੋਈ ਸਿਆਣੀ ਗੱਲ ਕਰ ਦਿੱਤੀ ਤਾਂ ਮੂਰਖਾਂ ਨੇ ਉੱਠ ਕੇ ਰੌਲਾ ਪਾ ਦੇਣਾ ਹੈ। ਮੂਰਖਾਂ ਦੀਆਂ ਆਪਣੀਆਂ ਧਾਰਨਾਵਾਂ ਹੁੰਦੀਆਂ ਨੇ, ਮੂਰਖ ਆਪਣੀ ਮੱਤ ਮੁਤਾਬਕ ਹੀ ਚੱਲਦੇ ਨੇ। ਉਹ ਜਿਹੜਾ ਬਚਨ ਨਹੀਂ ਆਉਂਦਾ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇੱਕ ਦੇ ਕੋਲ ਪਾਪਾਂ ਵਾਲੀ ਮੱਤ ਵਾ, ਇੱਕ ਕੋ ਮੱਤ ਵਿੱਚ ਰਤਨ ਜਵਾਹਰ ਮਾਣਕਾ। ਇਹ ਦੋਵਾਂ ਮੱਤਾਂ ਦਾ ਜੋੜ ਨਹੀਂ ਹੋਣਾ। ਮੂਰਖ ਨਾਲ ਕੇਵਲ ਮੂਰਖ ਜੁੜ ਸਕਦਾ ਹੈ, ਸਿਆਣੇ ਨਾਲ ਕੇਵਲ ਸਿਆਣਾ ਜੁੜ ਸਕਦਾ ਹੈ। ਅਤੇ ਬਾਬਾ ਫਰੀਦ ਜੀ ਕਹਿੰਦੇ, ਉਹਦੀ ਪਹਿਲੀ ਨਿਸ਼ਾਨੀ ਮੱਤ ਹੁੰਦੇ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਬੜਾ ਬਲ ਵਾ, ਉਹ ਇੱਕ ਇਸ਼ਾਰਾ ਹੀ ਕਰੇ, ਫੁਰਨਾ ਹੀ ਕਰੇ, ਡਾਂਗ ਨਾਮ ਹੀ ਚੁੱਕੇ। ਉਹ ਆਪਣੇ ਬੋਲਾਂ ਨਾਲ ਹੀ ਸਭ ਕੁਝ ਥੇ ਕਰ ਸਕਦਾ ਹੈ। ਉਹਦੇ ਬੋਲਾਂ 'ਚ ਹੀ ਬੜੀ ਪਾਵਰ ਹੈ, ਬੜੀ ਸ਼ਕਤੀ ਹੈ ਉਸ ਦੇ ਵਿੱਚ। ਇੱਕ ਬਿਹਾਰ ਦੀ ਘਟਨਾ ਹੈ। ਬਿਹਾਰ ਦੇ ਵਿੱਚ ਕੋਈ ਰਾਜਾ ਹੋਇਆ ਪੁਰਾਣੇ ਸਮੇਂ 'ਚ। ਉਹ ਕੰਜੂਸ ਬੜਾ ਸੀ, ਅਤੇ ਕਾਲ ਪੈ ਗਿਆ ਅਤੇ ਉਹਦੇ ਭੰਡਾਰ ਭਰੇ ਸੀ, ਪਰ ਕਿਸੇ ਨੂੰ ਦਿੰਦਾ ਨਹੀਂ ਸੀ, ਭਾਵੇਂ ਕਾਲ ਵੀ ਪੈ ਜੇ। ਦਰਬ ਸੰਚ ਸੰਚ ਰਾਜੇ ਮੂਏ, ਗੱਡ ਲੈ ਕੰਚਨ ਭਾਰੀ। ਬੜੇ ਵੱਡੇ ਸਟੋਰ, ਫਾਰਮ, ਆਪਣੇ ਗੋਦਾਮ ਭਰ ਲੈਂਦੇ ਸੀ ਰਾਜੇ, ਪਰ ਦਿੰਦੇ ਨਹੀਂ ਕਿਸੇ ਨੂੰ। ਕੋਈ ਸਾਧੂ ਮਹਾਤਮਾ ਆਏ ਅਤੇ ਕਹਿਣ ਲੱਗੇ, ਰਾਜਨ ਕੋਈ ਭੋਜਨ ਦੀ ਵਿਵਸਥਾ ਕਰੋ, ਕੋਈ ਪਿੱਛਿਆ ਦਿਓ, ਅਸੀਂ ਭੋਜਨ ਪਾਣੀ ਛਕਦੇ ਰਹੀਏ, ਸਾਨੂੰ ਕੋਈ ਦਿਓ। ਕਹਿਣ ਲੱਗੇ, ਮੇਰੇ ਕੋਲ ਨਹੀਂ ਕੁਝ ਵੀ ਹੈਗਾ। ਜਿਹੜਾ ਬੰਦਾ ਹੀ ਕੰਜੂਸ ਵਾ, ਕੰਜੂਸ ਨਾ ਬੰਦਾ ਆਪਣੇ 'ਤੇ ਧਨ ਖਰਚੇਗਾ, ਨਾ ਪਰਿਵਾਰ 'ਤੇ ਖਰਚੇਗਾ, ਉਹ ਨੱਪ ਕੇ ਹੀ ਰੱਖੇਗਾ। ਅਤੇ ਸਾਧੂ ਮਹਾਤਮਾ ਨੂੰ ਕਿੱਥੋਂ ਦੇ ਦੂਗਾ? ਜਿਹੜਾ ਆਪਣੇ ਆਪ 'ਤੇ ਨਹੀਂ ਖਰਚਦਾ, ਉਹ ਸਾਧੂ ਮਹਾਤਮਾ ਨੂੰ ਕਿੱਥੋਂ ਦੇਗਾ? ਤਾਏ ਤਾਏ ਕਿਰਪਨ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕੀਤੀ ਕਾਮ ਨਾ ਆਇਆ। ਉਹਨੇ ਕਿਹਾ ਵੀ ਦਿਓ, ਉਹਨੇ ਆਖਿਆ ਮੇਰੇ ਕੋਲ ਨਹੀਂ ਹੈਗਾ ਕੁਛ ਵੀ। ਹਾਲਾਂਕਿ ਭੰਡਾਰ ਭਰੇ ਸੀ ਉਸਦੇ। ਉਹਨੇ ਕਿਹਾ, ਤੇਰਾ ਸਭ ਕੁਛ, ਸਾਰੇ ਭੰਡਾਰ ਤੇਰੇ ਪੱਥਰ ਦੇ ਹੋ ਜਾਣ। ਇੰਨੀ ਗੱਲ ਕਹਿ ਕੇ ਸਾਧੂ ਤੁਰ ਗਿਆ, ਅਤੇ ਉਹ ਜਿੰਨੇ ਚੌਲ ਸੀ ਉਹਦੇ, ਮੱਕੀ ਸੀ, ਕਣਕ ਸੀ, ਮੂੰਗੀ ਸੀ, ਚਣੇ ਸਨ, ਮਸਰ ਸਨ, ਮੂੰਗੀ ਸੀ, ਭੰਡਾਰ ਭਰੇ ਸੀ ਉਸਨੇ। ਭੰਡਾਰ ਭਰੇ ਤੇਰੇ ਹਰ। ਉਹ ਜਦੋਂ ਸਾਧੂ ਕਹਿ ਕੇ ਤੁਰ ਗਿਆ, ਅਤੇ ਉਹ ਸਾਰੇ ਹੀ ਪੱਥਰ ਹੋ ਗਏ। ਚੌਲ ਪੱਥਰ ਹੋ ਗਏ, ਕਣਕ ਪੱਥਰ ਹੋ ਗਈ, ਮੂੰਗੀ ਪੱਥਰ ਹੋ ਗਈ, ਚਣੇ ਪੱਥਰ ਹੋ ਗਏ। ਅਤੇ ਪੱਥਰ ਹੁਣ ਕਿਸੇ ਕੰਮ ਆਉਣਾ ਨਹੀਂ। ਉਹਨੇ ਆਪਣੇ ਗੋਦਾਮਾਂ 'ਚੋਂ ਬਾਹਰ ਸੁੱਟ ਦਿੱਤੇ। ਉਹ ਚੌਲ ਪੱਥਰ ਹੋ ਗਏ ਸਨ, ਦਾਲਾਂ ਪੱਥਰ ਹੋ ਗਈਆਂ ਸੀ, ਬਾਹਰ ਸੁੱਟਤੇ ਉਹਨੇ। ਅਜੇ ਤੱਕ ਉਹ ਛੱਪੜਾਂ 'ਚ, ਸੜਕਾਂ 'ਤੇ ਸਦੀਆਂ ਬੀਤ ਗਈਆਂ,
ਉਹ ਪੱਥਰ ਬਣੇ ਚੌਲ ਅਜੇ ਵੀ ਛੱਪੜਾਂ 'ਚ ਲੱਭਦੇ ਨੇ। ਪੱਥਰ ਬਣੀ ਕਣਕ ਹੈ, ਕਣਕ ਹੀ ਆ, ਉਹ ਪੱਥਰ ਬਣੀ ਹੋਈ ਹੈ। ਬਿਲਕੁਲ ਸੇਮ ਉਸੇ ਤਰ੍ਹਾਂ ਦਾ ਜਿੱਦਾਂ ਹੁਣ ਅਸੀਂ ਚੌਲ ਛਡਾਉਣੇ, ਇਸ ਤਰ੍ਹਾਂ ਦੇ ਚੌਲ ਨੇ ਉਹ, ਪਰ ਪੱਥਰ ਨੇ ਉਹ। ਸਦੀਆਂ ਬੀਤ ਗਈਆਂ, ਉਸੇ ਤਰ੍ਹਾਂ ਪਏ ਹੋਏ ਨੇ ਉਹ, ਪੱਥਰ ਬਣੇ ਨੇ। ਇਹ ਹੁੰਦਾ ਹੈ ਸਾਧਾਂ ਦੇ ਕੋਲ ਤਾਣ, ਇਹ ਸ਼ਕਤੀ ਪਾਵਰ ਹੁੰਦੀ ਸਾਧਾਂ ਦੇ ਕੋਲ। ਹੁਣ ਤਾਂ ਅੱਜ ਕੱਲ੍ਹ ਦੇ ਸਾਧ ਬੰਦੂਕਾਂ ਰੱਖੀ ਫਿਰਦੇ ਨੇ, ਅਤੇ ਜਿਹੜਾ ਬੰਦੂਕ ਰੱਖੇ ਤਾਂ ਉਹਨੂੰ ਇਹ ਲੋਕ ਸੰਤ ਮੰਨਦੇ ਨੇ। ਅੱਜ ਕੱਲ੍ਹ ਤਾਂ ਸਮਾਂ ਇਸ ਤਰ੍ਹਾਂ ਦਾ ਆ ਗਿਆ, ਹੁਣ ਬੰਦੂਕਾਂ ਵਾਲਿਆਂ ਲੋਕ ਸੰਤ ਮੰਨਣ ਲੱਗ ਪਏ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਤਾਣ ਹੁੰਦੇ, ਬੜਾ ਤਾਣ ਹੈ, ਬੜਾ ਬਲ ਹੈ, ਸਭ ਕੁਝ ਤੈਸ ਨਾਸ ਕਰ ਸਕਦਾ, ਥੇ ਕਰ ਸਕਦਾ ਹੈ, ਉਹ ਕਰਨਾ ਨਹੀਂ ਹੈ ਬਸ। ਇਹ ਭਗਤ ਦੀ ਨਿਸ਼ਾਨੀ ਹੈ। ਤਾਣ ਹੁੰਦੇ ਹੋਏ ਨੇ ਤਾਣਾ, ਬੜਾ ਬਲ ਆ, ਬੜਾ ਕੁਝ ਕਰ ਸਕਦਾ, ਪਰ ਕਰਨਾ ਨਹੀਂ ਹੈ। ਇਹ ਭਗਤ ਦੀ ਨਿਸ਼ਾਨੀ ਹੈ। ਅਤੇ ਦੂਸਰੀ ਅਗਲੀ ਤੀਸਰੀ ਨਿਸ਼ਾਨੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਅਣ ਹੁੰਦੇ ਆਪ ਵੰਡਾਏ। ਅਣ ਹੁੰਦੇ ਆਪ ਵੰਡਾਏ, ਕੋਲ ਓਨਾ ਕੀ ਹੈ ਜਿੰਨਾ ਕੁ ਮੈਨੂੰ ਚਾਹੀਦਾ, ਜਿੰਨੀ ਕੁ ਮੈਂ ਰੋਟੀ ਖਾਣੀ ਮੇਰੇ ਕੋਲ ਪਈ, ਮੈਂ ਵੰਡਣ ਜੋਗੀ ਨਹੀਂ ਹੈ ਉਹ। ਇੱਕ ਨਾ ਭੜੋਲਾ ਭਰਿਆ ਅਤੇ ਰੋਟੀਆਂ ਵੱਧ ਪਈਆਂ ਅਤੇ ਕਿਸੇ ਨੂੰ ਦੇ ਦੇਣੀਆਂ। ਮੇਰੇ ਕੋਲ 3 ਰੋਟੀਆਂ ਪਈਆਂ, ਮੈਂ 3 ਖਾਣੀਆਂ ਵਾ, ਮੇਰੇ ਕੋਲ ਵੰਡਣ ਜੋਗੀਆਂ ਨਹੀਂ ਹੈ। ਅਤੇ ਬਾਬਾ ਫਰੀਦ ਅਣਹੋਂਦੇ, ਵੰਡਣ ਦੀ ਸਮਰੱਥਾ ਨਹੀਂ ਹੈ। 3 ਹੀ ਰੋਟੀਆਂ ਅਤੇ 3 ਹੀ ਮੈਂ ਖਾ ਲੈਣੀਆਂ, ਵੰਡਣ ਜੋਗੀਆਂ ਨਹੀਂ ਆ, ਪਰ ਉਹਦੇ ਵਿੱਚੋਂ ਕੋਈ ਵੰਡ ਗਿਆ। ਅਣਹੋਂਦੇ ਆਪ ਵੰਡਾਏ, ਵੰਡ ਗਿਆ ਉਹ। ਕੋਈ ਐਸਾ ਭਗਤ ਸਦਾਏ, ਇਹਨੂੰ ਭਗਤ ਕਹਿੰਦੇ ਜੀ। ਅਤੇ ਅਸੀਂ ਕਿਹਨੂੰ ਭਗਤ ਕਹਿੰਦੇ ਹਾਂ? ਬਹੁਤ ਵੱਡਾ ਡੇਰਾ, ਬਹੁਤ ਵੱਡੀ ਕਾਰ, 5-7 ਬੰਦੂਕਾਂ, ਬੋਲੇ ਸੋਹਣਿਆ, ਇਹ ਸਾਧ ਨੇ। ਇੱਦਾਂ ਦੀਆਂ ਜਦੋਂ ਪਾਵਰਾਂ ਅੱਜ ਕੱਲ੍ਹ ਦੇ ਸਾਧਾਂ ਕੋ ਆ ਜਾਣਗੀਆਂ, ਜਾਂ ਤਾਂ ਕੌਮਾਂ ਮਰਵਾਉਣਗੀਆਂ ਅਤੇ ਜਾਂ ਫਿਰ ਉਹ ਪੁੱਠੇ ਦਿਮਾਗ ਦੇ ਅਤੇ ਕਾਮਰੇਟ ਸੋਚ ਪ੍ਰਗਟ ਕਰਨਗੇ। ਅਤੇ ਉਹ ਭਗਤ ਕੌਣ ਸੀ? ਅਣਹੋਂਦੇ ਆਪ ਵੰਡਾਏ। ਅਤੇ ਭਗਤ ਦਾ ਅਰਥ ਪਤਾ ਕੀ ਹੈ? ਜਿਹੜਾ ਭਗਤ ਦਾ ਅੱਖਰੀ ਅਰਥ ਕੀਤਾ ਜੋ ਸਿਆਣਿਆਂ ਮਹਾਂਪੁਰਖਾਂ ਵਿਦਵਾਨਾਂ ਨੇ, ਭਾਗਤ, ਭਾਗ ਮਾਣੇ ਹਿੱਸਾ, ਭਾਗ ਤੇਰਾ ਭੰਡਾਰੀ, ਤੇਰਾ ਹਿੱਸਾ ਤੈਨੂੰ ਮਿਲਿਆ। ਲੇਖੇ ਆਵੇ ਭਾਗ, ਇਹ ਭਾਗ ਸ਼ਬਦ ਜਪਜੀ ਸਾਹਿਬ 'ਚ 1 ਵਾਰੀ ਆਉਂਦਾ ਹੈ। ਲੇਖੇ ਆਵੇ ਭਾਗ, ਹਿੱਸਾ। ਅਤੇ ਵਿਦਵਾਨਾਂ ਨੇ ਭਗਤਾਂ ਦਾ ਅਰਥ ਕੀਤਾ ਜੋ ਭਾਗ ਕਰ ਦੇਵੇ, ਜੋ ਵੰਡ ਦੇਵੇ ਹਿੱਸਾ। ਸੁੱਤਿਆਂ ਮਿਲੇ ਨਾ ਭਾਓ, ਜਿੰਨਾ ਨੈਣ ਨਿੰਦਰਾ, ਫਰੀਦਾ ਰਾਤ ਕਥੂਰੀ ਵੰਡੀਏ। ਰੱਬ ਵੀ ਵੰਡਦਾ ਹੈ, ਭਗਤ ਵੀ ਵੰਡਦਾ ਹੈ। ਰੱਬ ਵੀ ਦਿਆਲੂ ਆ, ਭਗਤ ਵੀ ਦਿਆਲੂ ਆ। ਅਤੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਸਾਧ ਵੀ ਸਭਨਾਂ ਦਾ ਹੀ ਭਲਾ ਮੰਗਦੇ ਨੇ, ਉਹ ਖੈਰਾਂ ਨਹੀਂ ਕੱਢਦੇ। ਜਿਹੜਾ ਭਾਗ ਕਰ ਦੇਵੇ, ਜਿਹੜਾ ਵੰਡ ਦੇਵੇ, ਉਸ ਨੂੰ ਭਗਤ ਕਹਿੰਦੇ ਨੇ। ਅਣਹੋਂਦੇ ਆਪ ਵੰਡਾਏ, ਵੰਡਣ ਜੋਗਾ ਨਹੀਂ ਹੈ, ਆਪਣੇ ਜੋਗਾ ਹੀ ਹੈ। ਫਿਰ ਵੀ ਕੋਈ ਵੰਡ ਗਿਆ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਕੋ ਐਸਾ ਭਗਤ ਸਦਾਏ, ਮੈਂ ਉਸ ਨੂੰ ਭਗਤ ਮੰਨਦਾ ਜਿਹੜਾ ਵੰਡ ਗਿਆ। ਅਸੀਂ ਅਰਦਾਸ ਨਹੀਂ ਕਰਦੇ ਜਿੰਨਾ ਵੰਡ ਛਕਿਆ, ਪਹਿਲਾਂ ਵੰਡਿਆ ਫਿਰ ਛਕਿਆ। ਇਹ ਪੁਰਾਣੀ ਪਰੰਪਰਾ ਸਾਡੀ।
ਕਿ ਵੰਡ ਕੇ ਖਾਣਾ। ਅਤੇ ਬਾਬਾ ਫਰੀਦ ਕਹਿੰਦੇ ਮੈਂ ਉਸ ਨੂੰ ਭਗਤ ਮੰਨਦਾ ਏ ਜਿਹੜਾ ਵੰਡ ਕੇ ਖਾਏ। ਅਤੇ ਇੱਕ ਹੋਰ ਨਿਸ਼ਾਨੀ ਭਗਤ ਦੀ ਦੱਸੀ ਬਾਬਾ ਫਰੀਦ ਜੀ ਨੇ। ਕਹਿੰਦੇ ਇੱਕ ਫਿੱਕਾ ਨਾਂਗ ਲਾਏ, ਉਹਦੀ ਜ਼ੁਬਾਨ ਦੇ ਵਿੱਚੋਂ ਕੋਈ ਫਿੱਕਾ ਬੋਲ ਨਹੀਂ ਨਿਕਲ ਸਕਦਾ। ਕਿਉਂ? ਕੌੜਾ ਬੋਲ ਨਾ ਜਾਣੇ, ਰੱਬ ਨਹੀਂ ਕੌੜਾ ਬੋਲਦਾ। ਅਤੇ ਭਗਤ ਜਿਹੜਾ ਹੁੰਦਾ ਹੈ ਇਹ ਰੱਬ ਦਾ ਸਰਗੁਣ ਸਰੂਪ ਹੁੰਦਾ ਹੈ। ਸਾਧ ਪਠਾਏ ਆਪ ਪ੍ਰਭ, ਜਿਹੜੇ ਸਾਧ ਰੱਬ ਨੇ ਧਰਤੀ 'ਤੇ ਭੇਜੇ ਨੇ। ਅਤੇ ਉਹਨਾਂ ਨੂੰ ਇੱਕ ਗੱਲ ਕਹੀ ਹੋਈ ਹੈ, ਸਾਧ ਪਠਾਏ ਆਪ ਪ੍ਰਭ ਹਮ ਤੁਮ ਤੇ ਨਹੀਂ ਦੂਰ। ਭਗਤਾਂ ਨੂੰ, ਸਾਧਾਂ ਨੂੰ ਰੱਬ ਨੇ ਕਿਹਾ ਵੀ ਮੈਂ ਤੁਹਾਡੇ ਤੋਂ ਦੂਰ ਨਹੀਂ ਜਾ ਸਕਦਾ। ਦੂਰ ਨਹੀਂ ਪ੍ਰਭ ਮੇਰੋ ਪਿਆਰੋ। ਇਸ ਕਰਕੇ ਇੱਕ ਫਿੱਕਾ ਨਾਂਗ ਲਾਏ, ਉਹਨਾਂ ਦੀ ਵੱਡੀ ਨਿਸ਼ਾਨੀ ਹੁੰਦੀ ਆ। ਉਹ ਕਿਸੇ ਨੂੰ ਵੀ ਕੌੜਾ ਬਚਨ ਨਹੀਂ ਕਹਿੰਦੇ। ਕਿਉਂ? ਕਿ ਕੌੜਾ ਬੋਲ ਨਾ ਜਾਣੇ, ਰੱਬ ਨਹੀਂ ਬੋਲਦਾ ਕੌੜਾ ਅਤੇ ਸਾਧਮ ਨਹੀਂ ਬੋਲਦਾ ਕੌੜਾ। ਰੱਬ ਨਹੀਂ ਵੈਰ ਰੱਖਦਾ ਅਤੇ ਸਾਧਮ ਨਹੀਂ ਵੈਰ ਰੱਖਦਾ। ਇੱਕ ਫਿੱਕਾ ਨਾਂਗ ਲਾਏ। ਕਿਉਂ? ਅੰਦਰ ਕੜੱਤਣ ਹੈ ਹੀ ਨਹੀਂ, ਕੱਢੂਗਾ ਕਿੱਥੋਂ? ਜਿਹੜੇ ਕੌੜੇ ਬੋਲਦੇ ਆ ਨਾ, ਹੁਣ ਤੁੰਮੇ ਦੇ ਅੰਦਰ, ਨਿੰਬੂ ਦੇ ਅੰਦਰ ਕੜੱਤਣ ਹੁੰਦੀ ਆ, ਅਤੇ ਜਦੋਂ ਚੀਰੋ ਤਾਂ ਉਹ ਕੜੱਤਣ ਹੀ ਨਿਕਲਣੀ ਹੈ। ਹਾਂਜੀ, ਅੰਦਰ ਕੜੱਤਣ ਹੈ। ਸਾਧ ਦੇ ਅੰਦਰ ਕੜੱਤਣ ਨਹੀਂ ਹੈ, ਮਿਠਾਸ ਹੈ। ਅਤੇ ਜਦੋਂ ਮੁੱਖ ਤੋਂ ਬੋਲੇਗਾ ਉਹ ਮਿੱਠਾ ਹੀ ਬੋਲੇਗਾ। ਅਸੀਂ ਜਦ ਵੀ ਬੋਲਦੇ ਹਾਂ ਦਿਲ ਦਿਖਾਉਣ ਵਾਲਾ ਬੋਲਦੇ ਹਾਂ, ਕੌੜਾ ਬੋਲਦੇ ਹਾਂ। ਕਾਰਨ ਸਾਡੇ ਅੰਦਰ ਕੁੜੱਤਣ ਹੈ। ਅਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇੱਕ ਫਿੱਕਾ ਨਾਂਗ ਲਾਏ। ਉਹ ਨਹੀਂ ਇੱਕ ਫਿੱਕੀ ਗੱਲ ਵੀ ਕਰਦੇ। ਕਿਉਂ? ਸਭਨਾ ਮੈਂ ਸੱਚਾ ਧਣੀ, ਸਾਰਿਆਂ ਵਿੱਚੋਂ ਸੱਚੇ ਨੂੰ ਤੱਕਦੇ ਨੇ। ਹਿਆਓ ਨਾ ਠਾਹੇ ਕਹੀ ਦਾ, ਜਿੱਦਣ ਹਿਰਦਾ ਕਿਸੇ ਦਾ ਦੁੱਖ ਗਿਆ। ਤੁਹਾਡੇ ਕੌੜੇ ਬੋਲਾਂ, ਜਿੱਦਾਂ ਉਹ ਇੱਕ ਸਾਖੀ ਜੀ ਸੁਣਾਉਂਦੇ ਹੁੰਦੇ ਆ ਕਿ ਮੂਸਾ ਨੇ ਵੇਖਿਆ ਕੋਈ ਬੱਕਰੀਆਂ ਚਾਰਨ ਵਾਲਾ, ਅਤੇ ਉਹ ਰੱਬ ਨੂੰ ਕਹਿਣ ਦਿਆ ਤੂੰ ਵੀ ਇਕੱਲਾ ਮੈਂ ਵੀ ਇਕੱਲਾ ਹੈ। ਮੈਨੂੰ ਪਤਾ ਲੱਗਾ ਤੇਰੇ ਕੋਲ ਕੁਝ ਨਹੀਂ, ਮੇਰੇ ਕੋਲ ਭੇਡਾਂ ਹੈਗੀਆਂ, ਅਤੇ ਤੂੰ ਮੇਰੇ ਕੋਲ ਆਇਆ ਮੈਂ ਤੈਨੂੰ ਦੁੱਧ ਪਿਆ ਦਿਆ ਕਰੂੰ। ਹਾਂਜੀ, ਇਹੋ ਜਿਹੀਆਂ ਬੋਲੀਆਂ ਭਾਸ਼ਾਵਾਂ 'ਚ ਰੱਬ ਨਾਲ ਗੱਲ ਹੁੰਦੀ ਹੈ ਜਿਹੜੀਆਂ ਅਸੀਂ ਮਿੱਥੀਆਂ ਹੋਈਆਂ ਟੋਟਕੇ ਨੇ। ਇੱਦਾਂ ਰੱਬ ਨਾਲ ਗੱਲ ਨਹੀਂ ਹੁੰਦੀ। ਕਹਿੰਦੇ ਮੂਸੇ ਨੇ ਉਹਨੂੰ ਲਾ ਦਿੱਤੀ ਇੱਕ ਵੀ ਤੂੰ ਰੱਬ ਨੂੰ ਇੱਦਾਂ ਦਾ ਕਹਿੰਦਾ, ਯਤੀਮ ਮੰਨਦਾ, ਉਹਦੇ ਕੋਲ ਬੱਕਰੀਆਂ ਵੀ ਹੈ ਨਹੀਂ। ਅਤੇ ਉਹ ਬੱਚੇ ਦਾ ਦਿਲ ਟੁੱਟ ਗਿਆ। ਮੂਸਾ ਜਦੋਂ ਧਿਆਨ 'ਚ ਬੈਠਾ ਅਤੇ ਰੱਬ ਨੇ ਆਖਿਆ ਨਾ ਨਾ, ਅੱਜ ਨਹੀਂ ਮਿਲਣ ਹੋਣਾ, ਹੁਣ ਨਹੀਂ ਮਿਲਣ ਹੋਣਾ, ਤੂੰ ਕਿਸੇ ਦਾ ਦਿਲ ਦਿਖਾ।